ਪੰਜਾਬ ਨੇ ਇਹਦੇ ਵਿੱਚ ਪਹਿਲ ਕੀਤੀ ਆ। ਵਿਦੇਸ਼ਾਂ ਦੇ ਵਿੱਚ ਰਹਿੰਦੇ ਲੋਕ ਕੀ ਸੋਚਦੇ ਆ? ਪੀਸਫੁਲ ਪ੍ਰੋਟੈਸਟ ਹੋਣੇ ਚਾਹੀਦੇ ਨੇ ਜਾਂ ਨਹੀਂ? ਬਿਲਕੁਲ ਹੋਣੇ ਚਾਹੀਦੇ ਨੇ। ਕਾਂਗਰਸ ਆ ਜਾਂਦੀ ਸੀ, ਇੱਕ ਵਾਰੀ ਅਕਾਲੀ ਆ ਜਾਂਦੇ ਸੀ। ਸਰਕਾਰ ਕਾਰਪੋਰੇਟ ਦੇ ਨਾਲ ਡੀਲ ਆਪ ਕਿਉਂ ਨਹੀਂ ਕਰ ਲੈਂਦੀ? ਜਿਹੜੇ 3 ਕਾਨੂੰਨ ਆਏ ਨੇ, ਹੁਣ ਆਪਾਂ 3 ਕਾਨੂੰਨਾਂ ਦੀ ਵੀ ਗੱਲ ਕਰ ਲਈ। ਪੰਜਾਬ ਦੇ ਨੌਜਵਾਨਾਂ ਦੇ ਉੱਤੇ ਜਿਹੜਾ ਦਾਗ ਸੀ ਲੱਗਿਆ ਹੋਇਆ ਵੀ ਲਓ ਜੀ ਇਹ ਤਾਂ ਨਸ਼ਈ ਨੇ, ਸਰਕਾਰ ਨੂੰ ਇਹ ਗੱਲ ਕਿਉਂ ਨਹੀਂ ਨਜ਼ਰ ਆ ਰਹੀ? ਤੁਸੀਂ ਦੇਖ ਰਹੇ ਹੋ ਵਰਲਡ ਮੀਡੀਆ USA ਅਤੇ ਮੈਂ ਅਵਤਾਰ ਸ਼ੇਰਪੁਰੀ। ਅੱਜ ਅਸੀਂ ਬਹੁਤ ਸਾਰੇ ਲੋਕਾਂ ਦੇ ਨਾਲ ਗੱਲਬਾਤ ਕਰਾਂਗੇ। ਨਿਊਯਾਰਕ ਦੇ ਸ਼ਹਿਰ ਦੇ ਵਿੱਚ ਹਾਂ ਅਸੀਂ, ਜਿੱਥੇ ਪੰਜਾਬ ਦੇ ਵਿੱਚ ਜਾਂ ਪੂਰੇ ਭਾਰਤ ਦੇ ਵਿੱਚ ਅੱਜ ਜਿਹੜਾ ਕਿਸਾਨੀ ਨੂੰ ਲੈ ਕੇ ਇੱਕ ਸੰਘਰਸ਼ ਚੱਲ ਰਿਹਾ ਹੈ ਵੀ 3 ਜਿਹੜੇ ਕਾਨੂੰਨ ਨੇ ਉਹ ਵਾਪਸ ਕਰਾਉਣੇ ਆ। ਕਿਸਾਨ ਨੇ ਜਿਹੜੇ ਪੂਰੇ ਭਾਰਤ ਦੇ ਇਸ ਗੱਲ ਦੇ ਉੱਤੇ ਅੜੇ ਹੋਏ ਆ। ਪੰਜਾਬ ਨੇ ਇਹਦੇ ਵਿੱਚ ਪਹਿਲ ਕੀਤੀ ਆ, ਬਾਕੀ ਸਟੇਟਸ ਨੇ ਜਿਹੜੀਆਂ ਬਾਕੀ ਬਾਅਦ ਦੇ ਵਿੱਚ ਆ ਕੇ ਨਾਲ ਰਲ ਗਈਆਂ ਨੇ। ਵਿਦੇਸ਼ਾਂ ਦੇ ਵਿੱਚ ਰਹਿੰਦੇ ਲੋਕ ਕੀ ਸੋਚਦੇ ਆ, ਉਹਨਾਂ ਦੇ ਨਾਲ ਅਸੀਂ ਇਸ ਬਾਰੇ ਥੋੜ੍ਹੀ ਗੱਲਬਾਤ ਅੱਜ ਕਰਾਂਗੇ, ਜਿਹਦੇ ਵਿੱਚ ਸਾਡੇ ਨਾਲ ਸਭ ਤੋਂ ਪਹਿਲਾਂ ਨੇ ਸੰਜੀਵ ਜਿੰਦਲ, ਜਿਹੜੇ ਕਿ ਸੰਗਰੂਰ ਨੂੰ ਬਿਲੋਂਗ ਕਰਦੇ ਆ ਅਤੇ ਕੈਂਡੀਡੇਟ ਨੇ ਸਿਟੀ ਕੌਂਸਲ ਦੇ ਡਿਸਟ੍ਰਿਕਟ 3 ਤੋਂ ਲੜ ਰਹੇ ਆ ਉਹ ਆਪਣੀ ਚੋਣ ਵਾਸਤੇ। ਤੇ ਚੋਣ ਦੇ ਵਿੱਚ ਹਲੇ ਕਾਫੀ ਟਾਈਮ ਹੈ, ਲੇਕਿਨ ਜਿਹੜੀ ਇਲੈਕਸ਼ਨ ਕੰਪੇਨ ਆ ਉਹ ਸ਼ੁਰੂ ਹੋ ਗਈ ਆ। ਬਟ ਉਹ ਭਾਰਤ ਦੀ ਪੋਲੀਟਿਕਸ ਬਾਰੇ ਉਹ ਕੀ ਸਮਝਦੇ ਆ ਤੇ ਇਹਨਾਂ ਕਿਸਾਨੀ ਬਿੱਲਾਂ ਬਾਰੇ ਉਹਨਾਂ ਦੇ ਕੀ ਵਿਚਾਰ ਨੇ, ਆਓ ਉਹਨਾਂ ਦੇ ਨਾਲ ਆਪਾਂ ਜਿਹੜੀ ਆ ਉਹ ਗੱਲਬਾਤ ਕਰਦੇ ਹਾਂ। ਸੰਜੀਵ ਜੀ, ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ। ਥੈਂਕ ਯੂ ਅਵਤਾਰ ਜੀ, ਥੈਂਕ ਯੂ ਟੂ ਯੂ ਆਰ ਡੂਇੰਗ ਅ ਨਾਈਸ ਐਫਰਟ। ਸੰਜੀਵ ਜੀ, ਦੱਸੋ ਸਾਨੂੰ ਜਿਹੜਾ ਬਿੱਲਾਂ ਬਾਰੇ ਤੁਸੀਂ ਮਤਲਬ ਕੀ ਸੋਚਦੇ ਹੋ? ਜਿਸ ਤਰੀਕੇ ਹੁਣ ਤੱਕ ਦੀਆਂ ਤਕਰੀਬਨ 10 ਮੀਟਿੰਗਾਂ ਸਰਕਾਰ ਦੇ ਨਾਲ ਹੋ ਗਈਆਂ, ਕਿਸੇ ਨਤੀਜੇ ਤੇ ਕੋਈ ਗੱਲ ਨਹੀਂ ਪਹੁੰਚੀ ਹੈਗੀ। 26 ਤਰੀਕ ਨੂੰ ਜਿਹੜਾ ਉਹਨਾਂ ਨੇ ਕਿਹਾ ਵੀ ਪੀਸਫੁਲ ਟਰੈਕਟਰ ਮਾਰਚ ਕਰਨਾ ਹੈ। ਸੁਪਰੀਮ ਕੋਰਟ ਦੇ ਵਿੱਚ ਦਿੱਲੀ ਪੁਲਿਸ ਨੇ ਵੀ ਜਿਹੜੀ ਅਪੀਲ ਦਾਇਰ ਕੀਤੀ ਸੀ ਵੀ ਦੇਖੋ ਜੀ ਇਹ ਸੁਪਰੀਮ ਕੋਰਟ ਦਖਲ ਦੇ, ਬਟ ਸੁਪਰੀਮ ਕੋਰਟ ਨੇ ਕਹਿ ਦਿੱਤਾ ਵੀ ਨਹੀਂ, ਇਹ ਦਿੱਲੀ ਪੁਲਿਸ ਦਾ ਮਸਲਾ ਹੈ। ਮੈਨੂੰ ਲੱਗਦਾ ਵੀ ਪ੍ਰੋਟੈਸਟ ਕਰਨ ਦੀ ਤਾਂ ਹਰੇਕ ਨੂੰ ਇਜਾਜ਼ਤ ਹੋਣੀ ਚਾਹੀਦੀ ਹੈ। ਅਗਰ ਉਹ ਪੀਸਫੁਲ ਪ੍ਰੋਟੈਸਟ ਦੀ ਗੱਲ ਕਰ ਰਿਹਾ ਤਾਂ ਪੀਸਫੁਲ ਪ੍ਰੋਟੈਸਟ ਜਿਹੜਾ ਚੱਲ ਵੀ ਰਿਹਾ, ਮੇਰਾ ਖਿਆਲ ਇਹਨੂੰ ਚੱਲਣ ਦੇਣਾ ਚਾਹੀਦਾ। ਤੁਸੀਂ ਇਸ ਨੂੰ ਕੀ ਸਮਝਦੇ ਹੋ ਵੀ ਕੀ ਸਰਕਾਰ, ਤੁਹਾਨੂੰ ਲੱਗਦਾ ਨਹੀਂ ਹੈਗਾ ਵੀ ਸਰਕਾਰ ਜ਼ਿਆਦਾ ਮੈਂ ਕਹਿੰਦਾ ਸਖਤੀ ਦੇ ਵਿੱਚ ਆਈ ਹੋਈ ਹੈ? ਸਭ ਤੋਂ ਪਹਿਲਾਂ ਅਵਤਾਰ ਜੀ, ਤੁਹਾਡਾ ਕੁਐਸਚਨ ਬੜਾ ਵਾਜਬ ਹੈ ਕਿ ਪੀਸਫੁਲ ਪ੍ਰੋਟੈਸਟ ਹੋਣੇ ਚਾਹੀਦੇ ਨੇ ਜਾਂ ਨਹੀਂ? ਬਿਲਕੁਲ ਹੋਣੇ ਚਾਹੀਦੇ ਨੇ। ਤੇ ਦੂਸਰੀ ਗੱਲ, ਉਸੇ ਜ਼ਮੀਨ ਨੂੰ ਬਿਲੋਂਗ ਕਰਦੇ ਹੋਏ ਆਏ ਹਾਂ ਅਸੀਂ। 28 ਸਾਲ ਦੀ ਉਮਰ ਸੀ ਜਦੋਂ ਅਸੀਂ ਇੱਥੇ ਆਏ। ਅਸੀਂ ਸਾਰਾ ਕੁਝ ਦੇਖਿਆ, ਵਰਤਿਆ, ਹੰਢਾਇਆ। ਅਸੀਂ ਉਹਨਾਂ ਲੋਕਾਂ ਨਾਲ ਵੀ ਵਿਚਰੇ, ਅਸੀਂ ਉਸ ਰਾਜਨੀਤੀ ਦੇ ਵੀ ਸ਼ਿਕਾਰ ਹੀ ਰਹੇ। ਅਸੀਂ ਇਹੀ ਕਹਾਂਗੇ ਕਿ ਕਿਉਂਕਿ ਇੱਕ ਵਾਰੀ ਕਾਂਗਰਸ ਆ ਜਾਂਦੀ ਸੀ, ਇੱਕ ਵਾਰੀ ਅਕਾਲੀ ਆ ਜਾਂਦੇ ਸੀ। ਪੰਜਾਬ ਦੇ ਤਾਂ ਤਕਰੀਬਨ ਇਹੀ ਟਰੈਂਡ ਰਿਹਾ। ਜੇ ਰੀਜਨਲ ਪਾਰਟੀਜ਼ ਦੀ ਗੱਲ ਕਰਦੇ ਹਾਂ, ਬੜੀਆਂ ਰੀਜਨਲ ਪਾਰਟੀਜ਼ ਹੋਰ ਵੀ ਆਈਆਂ, ਪਰ ਜਿਹੜੇ ਗੱਲ ਹੁਣ ਕਿਸਾਨੀ ਦੀ ਗੱਲ ਕਰੀਏ ਆਪਾਂ, ਤੇ ਜੇ ਅਸੀਂ ਕਿਸਾਨੀ ਦੀ ਗੱਲ ਕਰਦੇ ਹਾਂ, ਅਸੀਂ ਦੇਖਦੇ ਹਾਂ ਅਮਰੀਕਨ ਸਿਸਟਮ ਨੂੰ ਦੇਖਦੇ ਹਾਂ ਤੇ ਵਰਸਿਸ ਇੰਡੀਅਨ ਸਿਸਟਮ ਨੂੰ ਦੇਖਦੇ ਹਾਂ, ਕਿਉਂਕਿ ਅਸੀਂ ਉੱਥੇ ਵੀ ਰਹਿ ਕੇ ਆਏ ਹਾਂ, ਅਸੀਂ ਹੁਣ ਉੱਥੇ ਰਹਿ ਰਹੇ ਹਾਂ। ਉਹ ਸਾਡੀ ਮਾਤਰ ਭੂਮੀ ਹੈ, ਸਾਡੀ ਕਰਮ ਭੂਮੀ ਹੈ। ਸਾਨੂੰ ਇੱਕ ਚੀਜ਼ ਬੜੀ ਬਖੂਬੀ ਸਮਝ ਲੈਣੀ ਚਾਹੀਦੀ ਹੈ ਕਿ ਅਮਰੀਕਾ 'ਚ ਰਹਿੰਦੇ ਹੋਏ ਸਭ ਤੋਂ ਪਹਿਲਾਂ ਤਾਂ ਮੈਂ ਜਿਹੜੇ ਸਾਡੇ ਕਿਸਾਨ ਭਰਾ ਉੱਥੇ ਸਰਦੀਆਂ ਦੀਆਂ ਠੰਡਾਂ ਦੇ ਵਿੱਚ ਬਾਹਰ ਬੈਠ ਕੇ ਠਰ ਰਹੇ ਨੇ ਤੇ ਉਸ ਦੌਰਾਨ ਜਿਹੜਾ ਆਪਣਾ ਸੰਘਰਸ਼ ਚਲਾ ਰਹੇ ਨੇ, ਉਹਨਾਂ ਨੂੰ ਕੋਟੀ ਪ੍ਰਣਾਮ ਹੈ ਮੇਰਾ ਕਿ ਮਤਲਬ ਹੈਟਸ ਆਫ ਟੂ ਯੂ ਗਾਈਜ਼ ਕਿ ਤੁਸੀਂ ਪੀਸਫੁਲ ਪ੍ਰੋਟੈਸਟ ਕਰ ਰਹੇ ਹੋ। ਪਰ ਇੱਕ ਚੀਜ਼ ਸਭ ਤੋਂ ਵੱਡੀ ਹੋਰ ਸਮਝਣ ਦੀ ਲੋੜ ਆ ਕਿ ਕਿਸਾਨੀ ਦਾ ਜਿਹੜਾ ਮੁੱਦਾ ਹੈ ਉਹਨੂੰ ਕਿਸਾਨੀ ਤੱਕ ਹੀ ਰਹਿਣ ਦੇਣਾ ਚਾਹੀਦਾ। ਉਹਦੇ ਵਿੱਚ ਡਿਫਰੈਂਟ ਆਰਗੇਨਾਈਜੇਸ਼ਨਾਂ ਆ ਕੇ ਆਪਣਾ ਕੰਮ ਕਰਨ, ਉਹ ਕੋਈ ਬਾਹਲੀ ਵਧੀਆ ਗੱਲ ਦਿਖਾਈ ਨਹੀਂ ਦੇ ਰਹੀ। ਉਹ ਜਾਂ ਤਾਂ ਕਿਸੇ ਦੀ ਕੋਸ਼ਿਸ਼ ਹੋ ਸਕਦੀ ਹੈ ਜਾਂ ਕੁਝ ਬਦਨਾਮ ਕਰਨ ਦੇ ਤਰੀਕੇ ਜਾਂ ਮੀਡੀਆ ਹੋ ਸਕਦੇ ਨੇ। ਪਰ ਕਿਸਾਨੀ ਦਾ ਜਿਹੜਾ ਸੰਘਰਸ਼ ਆ ਅਸੀਂ ਦੇਖ ਰਹੇ ਹਾਂ ਬੜਾ ਪੀਸਫੁਲ ਤਰੀਕੇ ਨਾਲ ਚੱਲ ਰਿਹਾ ਹੈ। ਸੰਗਰੂਰ ਤੋਂ ਲਾ ਲਓ, ਤੁਸੀਂ ਮਾਨਸਾ ਤੋਂ ਲਾ ਲਓ, ਅੰਮ੍ਰਿਤਸਰ ਤੋਂ ਲਾ ਲਓ, ਦੂਰੋਂ ਲਾ ਲਓ, ਰਾਜਸਥਾਨ ਤੋਂ ਲਾ ਲਓ, ਹਰਿਆਣੇ ਤੋਂ ਲਾ ਲਓ, ਸਾਰੇ ਬੰਦਿਆਂ ਨੇ ਆ ਕੇ ਆਪਣਾ ਯੋਗਦਾਨ ਪਾਇਆ। ਇਹ ਕਿਸੇ ਧਰਮ ਦਾ ਜਾਂ ਕਿਸੇ ਜਾਤੀ ਦਾ ਨਹੀਂ। ਪਹਿਲੀ ਗੱਲ ਤਾਂ ਇਹ ਸਾਨੂੰ ਸਾਰਿਆਂ ਨੂੰ ਸਮਝ ਲੈਣੀ ਚਾਹੀਦੀ ਹੈ। ਜਿਹੜੇ 3 ਕਾਨੂੰਨ ਆਏ ਨੇ, ਹੁਣ ਆਪਾਂ 3 ਕਾਨੂੰਨਾਂ ਦੀ ਵੀ ਗੱਲ ਕਰ ਲਈਏ। ਜਿਹੜੇ ਕਾਨੂੰਨ ਆਏ ਨੇ ਅਸੀਂ ਅੰਡਰਸਟੈਂਡ ਕਰ ਸਕਦੇ ਹਾਂ ਕਿ ਉਹ ਬਾਹਰਲੇ ਕੰਟਰੀਜ਼ ਨੂੰ ਦੇਖ ਕੇ ਜਾਂ ਜਿਹੜੇ ਜਿੱਦਾਂ ਹੁਣ ਅਮਰੀਕਾ 'ਚ ਕਿਸਾਨੀ ਦਾ ਬੋਲਬਾਲਾ ਹੈਗਾ, ਇਸ ਤਰੀਕੇ ਨਾਲ ਲਿਆਂਦੇ ਗਏ ਨੇ। ਪਰ ਸਾਨੂੰ ਔਨ ਦੀ ਅਦਰ ਐਂਡ ਇੱਕ ਚੀਜ਼ ਹੋਰ ਵੀ ਦੇਖਣੀ ਚਾਹੀਦੀ ਹੈ ਵੀ ਕੀ ਜਿਹੜਾ ਸਾਡਾ ਰੂਲ ਐਂਡ ਰੈਗੂਲੇਸ਼ਨ ਜਾਂ ਐਡਮਿਨਿਸਟ੍ਰੇਸ਼ਨ ਸਿਸਟਮ ਹੈਗਾ ਹਿੰਦੁਸਤਾਨ ਦਾ, ਕੀ ਉਹ ਇਸ ਕਾਬਿਲ ਹੈਗਾ ਕਿ ਅਸੀਂ ਜਿਹੜੇ ਇਹ ਕਾਨੂੰਨ ਲੈ ਕੇ ਆਏ ਹਾਂ ਅਸੀਂ ਇਹਨਾਂ ਨੂੰ ਸਾਂਭ ਸਕਾਂਗੇ? ਕਿਉਂ ਕਹੀ ਮੈਂ ਇਹ ਗੱਲ? ਰੀਜ਼ਨ ਬੀਇੰਗ ਕਿ ਇੱਕ ਸਿਸਟਮੈਟਿਕ ਵੇ ਆਫ ਅਪਰੋਚ ਹੋਣੀ ਚਾਹੀਦੀ ਹੈ ਐਡਮਿਨਿਸਟ੍ਰੇਸ਼ਨਸ ਦੀ। ਜਿੱਦਾਂ ਹੁਣ ਅਮਰੀਕਾ ਦੇ ਵਿੱਚ ਇੱਕ ਸਿਸਟਮੈਟਿਕ ਵੇ ਆਫ, ਇੱਥੇ ਲਾਅ ਐਂਡ ਆਰਡਰ ਹੈਗਾ।
ਇੱਥੇ ਤੁਸੀਂ ਰੈੱਡ ਲਾਈਟ ਨੂੰ ਵੀ ਕ੍ਰਾਸ ਕਰੋਗੇ ਤਾਂ ਤੁਸੀਂ 10 ਵਾਰੀ ਡਰਦੇ ਹੋ ਕਿ ਰੈੱਡ ਲਾਈਟ ਨੂੰ ਕ੍ਰਾਸ ਕਰ ਰਹੇ ਹਾਂ। ਹੁਣ ਅਸੀਂ ਸੋ ਵੀ ਹੈਵ ਦੈਟ ਡੰਡਾ ਕਿ ਸਾਡੇ ਸਿਰ ਤੇ ਡੰਡਾ ਖੜਾ ਹੈ। ਪਰ ਜੇ ਅਸੀਂ ਹੁਣ ਹਿੰਦੁਸਤਾਨ ਦੀ ਗੱਲ ਕਰੀਏ ਜਾਂ ਇੰਡੀਆ ਦੀ ਗੱਲ ਕਰੀਏ ਜਾਂ ਅਸੀਂ ਸਾਊਥ ਕੰਟੀਨੈਂਟ ਦੀ ਗੱਲ ਕਰਦੇ ਹਾਂ, ਉੱਥੇ ਰੂਲ ਐਂਡ ਰੈਗੂਲੇਸ਼ਨਸ ਇੱਕ ਮਜ਼ਾਕ ਬਣ ਕੇ ਰਹਿ ਗਏ ਨੇ। ਅਸੀਂ ਵੀ ਜਾਣਦੇ ਹਾਂ, ਸਾਨੂੰ ਤਕਲੀਫ ਹੁੰਦੀ ਹੈ, ਸਾਡਾ ਦੇਸ਼ ਹੈ, ਸਾਨੂੰ ਮਾਣ ਹੈ ਸਾਡੇ ਦੇਸ਼ ਦੇ ਉੱਤੇ, ਪਰ ਸਾਨੂੰ ਤਕਲੀਫ ਹੁੰਦੀ ਹੈ ਜਦੋਂ ਰੂਲ ਐਂਡ ਰੈਗੂਲੇਸ਼ਨਸ ਪ੍ਰੋਪਰ ਨਹੀਂ ਹੁੰਦੇ। ਹੁਣ ਇਹ ਕਿਹਾ ਜਾ ਰਿਹਾ ਹੈ ਕਿ SDM ਤੁਹਾਡੀਆਂ ਜ਼ਮੀਨਾਂ ਦੇ ਉੱਤੇ ਜੇ ਕੋਈ ਤਕਲੀਫ ਤੁਹਾਨੂੰ ਹੁੰਦੀ ਹੈ ਤੇ SDM ਤੁਹਾਡਾ ਕੰਮ ਕਰੂਗਾ। ਪਰ ਅਸੀਂ ਉਹ ਵੀ ਜ਼ਮਾਨਾ ਦੇਖਿਆ ਕਿ ਜਦੋਂ SDM ਵੀ ਪੋਲੀਟੀਕਲ ਬੰਦਿਆਂ ਦੇ ਅੱਗੇ ਕੁਝ ਵੀ ਨਹੀਂ। ਆਈ ਐਮ ਸੌਰੀ ਟੂ ਸੇ ਦੈਟ ਮੈਂ ਉਸੇ ਜ਼ਮੀਨ ਨੂੰ ਬਿਲੋਂਗ ਕਰਦਾ, ਚਾਹੇ ਤੁਸੀਂ ਇਸ ਸਟੇਟਮੈਂਟ ਨੂੰ ਐਜ਼ ਏ ਰਿਕਾਰਡਡ ਸਟੇਟਮੈਂਟ ਕਹਿ ਸਕਦੇ ਹੋ, ਪਰ ਜਦੋਂ ਕੋਈ ਪੋਲੀਟੀਕਲ ਆਦਮੀ ਕਿਸੇ SDM ਜਾਂ DC ਜਾਂ ਕਿਸੇ ਬਿਊਰੋਕਰੈਟ ਨੂੰ ਫੋਨ ਕਰਦਾ ਤਾਂ ਉਹ ਖੜੇ ਹੋ ਕੇ ਗੱਲ ਸੁਣਦੇ ਨੇ। ਵਾਈ ਇਜ਼ ਦੈਟ ਸੋ? ਕਿਉਂਕਿ ਉਹ ਬੰਦੇ ਨੇ ਜਿਹੜੇ ਉਹ IAS ਕੁਆਲੀਫਾਈ ਨੇ, IPS ਕੁਆਲੀਫਾਈ ਕਰਕੇ ਉੱਥੇ ਤੱਕ, PPS ਕੁਆਲੀਫਾਈ ਕਰਕੇ ਉੱਥੇ ਤੱਕ ਆਏ ਨੇ। ਦੇ ਆਰ ਗੋਇੰਗ ਟੂ ਬੀ ਲਿਵ ਦੇਅਰ ਔਨ ਦੇਅਰ chairs for lifelong until they are going to retire, but the political parties are going to come after 5 years, and whenever they comes they do their own way, they operate their own show। ਹੁਣ ਜਿਹੜੇ ਕਿਸਾਨੀ ਦੀ ਗੱਲ ਕਰੀਏ ਆਪਾਂ, ਹੁਣ ਇਹ ਸਾਰੀ ਭੂਮਿਕਾ ਦਾ ਕਾਰਨ ਕੀ ਸੀ ਕਿ ਜਿਹੜੇ ਕਿਸਾਨੀ ਦੇ ਬਿੱਲ ਨੇ ਉਹਨਾਂ ਦੀ ਗੱਲ ਕਰੀਏ, ਵਿਦ ਦਾ ਰੂਲ ਐਂਡ ਰੈਗੂਲੇਸ਼ਨਸ ਆਫ ਦਾ ਯੂਨਾਈਟਿਡ ਸਟੇਟਸ ਅਸੀਂ ਬਾਈਂਡਡ ਹਾਂ ਕਿ ਜੋ ਅਸੀਂ ਇੱਥੇ ਕਹਿੰਦੇ ਹਾਂ ਅਸੀਂ ਉਹ ਇੱਥੇ ਕਰਕੇ ਦਿਖਾਉਣਾ ਪੈਂਦਾ ਸਾਨੂੰ। ਅਸੀਂ ਕਿਸੇ ਨਾਲ ਪ੍ਰੋਮਿਸ ਕਰਦੇ ਹਾਂ। ਹੁਣ ਜਿਹੜੇ 3 ਰੂਲ ਆਏ, 3 ਲਾਅ ਬਣਾਏ ਗਏ, ਉਹ ਕਿਉਂ ਬਣਾਏ ਗਏ? ਕੀ ਜ਼ਰੂਰਤ ਸੀ ਇਹਨਾਂ ਲਾਅਜ਼ ਦੀ, ਤੇ ਇਹਨਾਂ ਲਾਅਜ਼ ਨੂੰ ਕਿਉਂ ਇੰਪਲੀਮੈਂਟ ਕਰਨਾ ਜ਼ਰੂਰੀ ਹੈ? ਪਰ ਸਾਨੂੰ ਇੱਕ ਗੱਲ ਹੋਰ ਦੇਖਣੀ ਚਾਹੀਦੀ ਆ, ਅੱਜ ਤੋਂ ਕਈ ਦਹਾਕੇ ਪਹਿਲਾਂ, ਤਕਰੀਬਨ 25 ਸਾਲ ਪਹਿਲਾਂ, 30 ਸਾਲ ਪਹਿਲਾਂ, ਜਦੋਂ ਪੰਜਾਬ 'ਚ ਉਸ ਲੈਵਲ ਦੀ ਖੇਤੀ ਨਹੀਂ ਹੋ ਰਹੀ ਸੀ, ਉਦੋਂ ਗੌਰਮੈਂਟ ਨੇ, ਈਵਨ ਪ੍ਰਾਈਮ ਮਿਨਿਸਟਰ ਆਫ ਇੰਡੀਆ ਨੇ ਇੰਟਰਵੀਨ ਕਰਕੇ ਇਹ ਗੱਲ ਕਹੀ ਸੀ ਕਿ ਅਸੀਂ ਤੁਹਾਨੂੰ ਸਬਸਿਡੀ ਦੇਵਾਂਗੇ, ਅਸੀਂ ਤੁਹਾਡੀਆਂ ਫਸਲਾਂ ਚੰਗੇ ਭਾਅ 'ਤੇ ਖਰੀਦਾਂਗੇ, ਤੇ ਤੁਸੀਂ ਇੱਕ ਕੰਮ ਕਰੋ, ਤੁਸੀਂ ਫਸਲਾਂ ਬੀਜੋ, ਅਸੀਂ ਤੁਹਾਡੇ ਨਾਲ ਸਾਥ ਦੇਵਾਂਗੇ, ਅਸੀਂ ਜਿਪਸਮ ਲਿਆ ਕੇ ਦੇਵਾਂਗੇ, ਅਸੀਂ ਹਰ ਚੀਜ਼ ਕਰਾਂਗੇ। PLDRC ਕਰਕੇ ਇੱਕ ਡਿਪਾਰਟਮੈਂਟ ਬਣਾਇਆ ਗਿਆ ਸੀ, ਪੰਜਾਬ ਲੈਂਡ ਐਂਡ ਰੈਕਲੇਮੇਸ਼ਨ ਡਿਵੈਲਪਮੈਂਟ ਕਾਰਪੋਰੇਸ਼ਨ, ਜਿਹਦੇ ਉੱਤੇ ਜਿਪਸਮ ਜਿਹੜਾ ਸਪਲਾਈ ਕੀਤਾ ਜਾਂਦਾ ਸੀ ਪੰਜਾਬ ਨੂੰ। ਹੁਣ ਇਹ ਸਾਰਾ ਕੁਝ ਕੀਤਾ ਗਿਆ ਕਿਸਾਨੀ ਨੂੰ ਅਪਲਿਫਟ ਕਰਨ ਵਾਸਤੇ। ਪਰ ਔਨ ਦੀ ਅਦਰ ਐਂਡ ਇੱਕ ਚੀਜ਼ ਹੋਰ ਸਮਝ ਕੇ ਚੱਲੋ ਕਿ ਜਦੋਂ ਕਿਸਾਨੀ ਨੂੰ ਅਪਲਿਫਟ ਕੀਤਾ ਗਿਆ, ਪਰ ਜਿਹੜੇ ਇਹ 3 ਕਾਨੂੰਨ ਲਿਆਂਦੇ ਗਏ, ਇਹਦੇ ਨਾਲ ਹੁਣ ਅਸੀਂ ਕਿਸਾਨੀ ਨੂੰ ਖਤਮ ਕਰਨਾ ਚਾਹੁੰਦੇ ਹਾਂ। ਵਾਈ ਇਜ਼ ਦੈਟ ਸੋ? ਇਹ ਉਹੀ ਕਿਸਾਨ ਨੇ ਜਿਨ੍ਹਾਂ ਨੇ ਫਸਲਾਂ ਬੀਜ ਕੇ ਪੰਜਾਬ ਨੂੰ ਇੱਕ ਹਰਿਆਲੀ ਦਿੱਤੀ ਸੀ। ਸਭ ਤੋਂ ਜ਼ਿਆਦਾ ਜਿਹੜੀ ਉਪਜਾਊ ਜ਼ਮੀਨ ਸੀ ਇਸ ਟਾਈਮ ਪੰਜਾਬ ਦੀ ਸੀ। ਪਰ ਸਾਨੂੰ ਇੱਕ ਚੀਜ਼ ਹੋਰ ਸਮਝਣੀ ਚਾਹੀਦੀ ਹੈ ਕਿ ਸਾਡਾ ਜਿਹੜਾ ਮਿਨੀਮਮ ਸਪੋਰਟ ਪ੍ਰਾਈਸ ਆ ਉਹ ਸਾਨੂੰ ਮਿਲਣਾ ਚਾਹੀਦਾ। ਕਿਉਂ ਨਹੀਂ ਮਿਲਣਾ ਚਾਹੀਦਾ ਬਾਈ? ਅਸੀਂ ਜੇ ਓਪਨ ਮਾਰਕੀਟ 'ਚ ਫੂਡ ਵੇਚਾਂਗੇ, ਕੀ ਤੁਸੀਂ ਅਮਰੀਕਾ ਨਾਲ ਕੰਪੀਟ ਕਰਨਾ ਚਾਹ ਰਹੇ ਹੋ? ਜੇ ਤੁਸੀਂ ਅਮਰੀਕਾ ਨਾਲ ਕੰਪੀਟ ਕਰਨਾ ਚਾਹ ਰਹੇ ਹੋ, ਇੱਥੇ ਰੂਲ ਐਂਡ ਰੈਗੂਲੇਸ਼ਨ ਨੇ, ਜਿਹੜੀਆਂ ਫਸਲਾਂ ਨੇ ਉਹਦੇ 'ਤੇ ਤੁਸੀਂ ਇੱਕ ਫਸਲ ਤੋਂ ਜ਼ਿਆਦਾ ਨਹੀਂ ਬੀਜ ਸਕਦੇ, ਕਿਸਾਨ ਨਹੀਂ ਬੀਜ ਰਿਹਾ। ਪਰ ਔਨ ਦੀ ਅਦਰ ਐਂਡ ਇੱਥੇ ਜਿਹੜੀ ਤੁਹਾਡੀ ਪ੍ਰਾਈਸਿੰਗ ਹੈ, ਜਦੋਂ ਤੁਸੀਂ ਗੋਭੀ ਚੱਲ ਕੇ, ਜਦੋਂ ਖੇਤ 'ਚੋਂ ਚੱਲ ਕੇ ਸਟੋਰ 'ਤੇ ਆਉਣੀ ਹੈ, ਉਹਦੀ ਜਿਹੜੀ ਪ੍ਰਾਈਸਿੰਗ ਹੈ ਉਹਦੇ 'ਤੇ ਕੈਪਡ ਹੈ ਕਿ ਤੁਸੀਂ ਇਸ ਤੋਂ ਵੱਧ ਪ੍ਰਾਈਸਿੰਗ ਨਹੀਂ ਲੈ ਸਕਦੇ। ਪਰ ਔਨ ਦੀ ਅਦਰ ਐਂਡ ਇੱਕ ਚੀਜ਼ ਹੋਰ ਦੇਖੋ ਕਿ ਹੁਣ ਮੈਂ ਦੇਖ ਰਿਹਾ ਸੀਗਾ ਦਿੱਲੀ 'ਚ ਮੇਰੇ ਕਿਸਾਨ ਭਰਾ ਦਿਖਾ ਰਹੇ ਸੀ ਕਿ ਗੋਭੀ ਦਾ ਫੁੱਲ ਜਿਹੜਾ ਅਸੀਂ ਖੇਤਾਂ 'ਚ ਉਗਾਉਂਦੇ ਸੀ ਉਹ 200 ਰੁਪਏ ਦਾ ਗੋਭੀ ਦਾ ਫੁੱਲ ਮਿਲਦਾ। ਹੁਣ ਜੇ ਮੇਰੀ ਬੀਵੀ ਕਹੂਗੀ ਵੀ ਕੱਲ੍ਹ ਨੂੰ ਭਾਈ ਤੁਸੀਂ ਐਂ ਕਰਿਓ ਵੀ ਗੋਭੀ ਦਾ ਆਉਂਦਾ ਹੋਇਆ ਗੋਭੀ ਫੜ ਲਈ, ਤੇ ਮੇਰੀ ਜੇਬ 'ਚ 200 ਰੁਪਈਆ ਮੈਨੂੰ ਲੱਭਣਾ ਪਊਗਾ ਵੀ 200 ਰੁਪਈਆ ਹੋਊਗਾ ਤਾਂ ਮੈਂ ਗੋਭੀ ਲੈ ਕੇ ਆਊਂਗਾ। ਬਿਲਕੁਲ। ਸੋ ਕਹਿਣ ਦਾ ਪਰਪਸ ਇਹ ਹੈ ਮੇਰਾ ਕਿ ਜਿਹੜੇ ਕਾਲੀ ਬਾਜ਼ਾਰੀ ਹੈ ਉਹ ਬਹੁਤ ਜ਼ਿਆਦਾ ਵੱਧ ਜੂਗੀ। ਨਹੀਂ, ਇੱਕ ਚੀਜ਼ ਹੋਰ ਨਹੀਂ ਹੋ ਸਕਦੀ, ਇੱਕ ਚੀਜ਼ ਹੋਰ ਵੀ ਤਾਂ ਹੋ ਸਕਦੀ ਹੈ। ਸਰਕਾਰ ਕਹਿ ਰਹੀ ਹੈ ਵੀ ਅਸੀਂ ਇਹ ਚੀਜ਼ ਕਾਰਪੋਰੇਟ ਨੂੰ ਦੇ ਰਹੇ ਹਾਂ, ਠੀਕ ਹੈ, ਕਾਰਪੋਰੇਟ ਦੇ ਨਾਲ ਤੁਸੀਂ ਡੀਲ ਕਰੋਗੇ। ਸਰਕਾਰ ਕਾਰਪੋਰੇਟ ਦੇ ਨਾਲ ਡੀਲ ਆਪ ਕਿਉਂ ਨਹੀਂ ਕਰ ਲੈਂਦੀ? ਕਿਸਾਨ ਤੋਂ ਸਰਕਾਰ ਖਰੀਦ ਲਵੇ। ਉੱਥੇ ਆਉਣ ਲੱਗਿਆ। ਇਹ ਇੱਕ ਛੋਟਾ ਮੁੱਦਾ ਨਹੀਂ, ਮਤਲਬ ਇਹ ਆਪਾਂ ਜੇ ਸਾਰਾ ਦਿਨ ਵੀ ਲੱਗੇ ਰਹੀਏ, ਇਹ ਮੁੱਦਾ ਐਡਾ ਛੋਟਾ ਨਹੀਂ ਜੋ ਦਿਖਾਈ ਦੇ ਰਿਹਾ ਹੈ। ਇਹ ਸਿਰਫ ਕਹਿਣ ਨੂੰ 3 ਨੇ, ਇਹ 3 ਸਾਲ ਵੀ ਲੱਗੇ ਰਹੋ ਨਾ ਤਾਂ ਵੀ ਤੁਸੀਂ ਇਹਦੀਆਂ ਜੜ੍ਹਾਂ ਤੱਕ ਨਹੀਂ ਜਾ ਸਕਦੇ। ਇਹ ਐਡਾ ਡੂੰਘਾ ਡੀਪ ਡਾਊਨ ਮੁੱਦਾ ਹੈ। ਹੁਣ ਸਿਰਫ ਕਿਸਾਨੀ ਦੇ ਨਾਲ ਤੁਸੀਂ ਇੱਕ ਗੱਲ ਦੇਖੋ, ਸਾਨੂੰ ਯਾਦ ਆ ਜਦੋਂ ਅਸੀਂ ਪਿੰਡਾਂ 'ਚ ਬੈਠਦੇ ਸੀਗੇ, ਸਾਡੇ ਘਰੇ ਇੱਕ ਢੋਲ ਹੁੰਦਾ ਸੀ ਜਿਹਦੇ 'ਚ ਕਣਕ ਅਸੀਂ ਪਾ ਕੇ ਰੱਖਿਆ ਕਰਦੇ ਸੀ। ਕਣਕ ਧੋ ਕੇ ਪਿਹਾ ਕੇ ਲਿਆਏ ਜਾਂਦੀ ਸੀ। ਮੈਨੂੰ ਨਹੀਂ ਪਤਾ ਤੁਹਾਨੂੰ ਚੇਤੇ ਹੈ ਉਹਨਾਂ ਗੱਲਾਂ, ਠੀਕ ਹੈ ਨਾ? ਹੁਣ ਉਹਦੇ ਵਿੱਚ ਵੜ ਕੇ ਉਹਨੂੰ ਸਾਫ਼ ਵੀ ਕਰਦੇ ਰਹੇ ਆ ਸਾਲ ਬਾਅਦ। ਹੁਣ ਜਦੋਂ ਮੇਰੇ ਬੱਚਿਆਂ ਨੂੰ ਮੈਂ ਕਹੂੰਗਾ ਵੀ ਯਾਰ ਇਹ ਆਟਾ ਹੈਗਾ, ਉਹ ਕਹਿੰਦੇ ਵੀ ਇਹ ਆਟਾ ਸ਼ਾਇਦ ਮਤਲਬ ਕਿਸੇ ਕਾਰਖਾਨੇ 'ਚ ਬਣ ਕੇ ਆ ਗਿਆ। they don't know, ਠੀਕ ਹੈ, they have no idea what it is। ਅਸੀਂ ਕਣਕ ਪਿਹਾ ਕੇ ਲਿਆਂਦੇ ਰਹੇ ਹਾਂ, ਅਸੀਂ ਉਹਦੀ ਕਾਟ ਚੱਕੀ ਵਾਲੇ ਨੂੰ ਉਹਦੀ ਕਾਟ ਦੇ ਕੇ ਆਉਂਦੇ ਰਹੇ ਹਾਂ ਵੀ ਭਾਈ ਕਿਲੋ ਦੀ ਕਾਟ ਕੱਟ ਲੈ ਕਿਉਂਕਿ ਜਿਹੜਾ ਆਟਾ ਹਵਾ 'ਚ ਉੱਡ ਗਿਆ ਹੋਊਗਾ। ਹੁਣ ਪਰਪਸ ਇਹ ਜਿਹੜੀਆਂ ਗੱਲਾਂ ਡਿਸਕਸ ਕਰਨ ਦਾ, ਇਹ ਸਾਡੀ ਜਿਹੜੀ ਕਲਚਰ ਹੈ ਉਹਨੂੰ ਡਿਸਕਸ ਨਹੀਂ ਕਰ ਰਹੇ ਅਸੀਂ ਗਰਾਊਂਡ ਰੂਟ ਲੈਵਲ ਨੂੰ ਡਿਸਕਸ ਕਰ ਰਹੇ ਹਾਂ।
ਪਰਪਸ ਜਿਹੜਾ 3 ਕਾਨੂੰਨਾਂ ਦਾ ਹੈ, ਹੁਣ ਜੇ ਕਿਸਾਨੀ ਖਤਮ ਹੋ ਜਾਂਦੀ ਹੈ, ਕਿਸਾਨ ਆੜ੍ਹਤੀਏ ਕੋਲੇ ਜਾ ਕੇ ਕਹਿੰਦਾ ਸੀ ਵੀ ਯਾਰ ਮੇਰੇ ਮੁੰਡੇ ਦਾ ਵਿਆਹ ਹੈ, ਮੇਰੀ ਕੁੜੀ ਦਾ ਵਿਆਹ ਹੈ, ਮੇਰੇ ਘਰੇ ਕੋਈ ਫੰਕਸ਼ਨ ਰੱਖਿਆ, ਮੈਨੂੰ 2 ਲੱਖ ਰੁਪਇਆ ਦੇ ਦੇ, ਤੁਹਾਨੂੰ ਕਿਸੇ ਦਾ ਕੋਈ ਜ਼ਮੀਨ ਕੋਈ ਗਿਰਵੀ ਨਹੀਂ ਰੱਖਣੀ ਪੈਂਦੀ ਸੀ। ਜਦੋਂ ਤੁਹਾਡੀ ਹਾੜੀ ਸੌਣੀ ਤੇ ਫਸਲ ਆਉਂਦੀ ਸੀਗੀ ਉਹ ਤੁਸੀਂ ਪੈਸੇ ਕਟਾ ਲੈਂਦੇ ਸੀ, ਜਾਂ ਕਈ ਵਾਰੀ ਮਤਲਬ ਹੁੰਦਾ ਕੀ ਸੀਗਾ ਵੀ ਜੱਟ ਜ਼ਿਮੀਂਦਾਰ ਦੇ ਪੈਸੇ ਸਾਡੇ ਕੋਲੇ ਪਏ ਹੁੰਦੇ ਸੀ, ਉਹਨੇ ਸਾਨੂੰ ਵਿਆਜੂ ਦਿੱਤੇ ਹੁੰਦੇ ਸੀ ਪੈਸੇ, ਅਸੀਂ ਅੱਗੇ ਕਾਰੋਬਾਰੀਆਂ ਨੂੰ ਦੇ ਦਿੰਦੇ ਸੀ, ਛੋਟੇ ਬਿਜ਼ਨਸਮੈਨ ਸਾਡੇ ਤੋਂ ਪੈਸੇ ਲੈ ਜਾਂਦੇ ਸੀ। ਜਿਹੜਾ ਲੋਕਲ ਬਿਜ਼ਨਸ ਸੀ, ਜਿਹੜਾ ਮੇਨ ਸਟਰੀਟ, ਜਿੱਦਾਂ ਹੁਣ ਅਮਰੀਕਾ ਦੀ ਗੱਲ ਕਰਦੇ ਹਾਂ ਆਪਾਂ, ਮੇਨ ਸਟਰੀਟ ਅਮਰੀਕਾ ਤੇ ਤੁਸੀਂ ਸਮਾਲ ਬਿਜ਼ਨਸ ਦੇਖਦੇ ਹੋ ਕਿਤੇ? ਹੈ ਹੀ ਨਹੀਂ। ਕਿਉਂ ਨਹੀਂ? ਕਿਉਂਕਿ ਕਾਰਪੋਰੇਟ ਅਦਾਰੇ ਨੇ, ਵੱਡੇ ਸਟੋਰ ਆ ਗਏ, ਵਾਲਮਾਰਟ ਆ, ਕਾਸਕੋ ਆ, ਠੀਕ ਹੈ। BJIS। ਹੁਣ ਐਮਾਜ਼ੋਨ ਦੀ ਗੱਲ ਕਰਦੇ ਆ, ਤੁਹਾਡੇ ਫੋਨ ਤੇ ਐਮਾਜ਼ੋਨ ਹੈ, ਐਮਾਜ਼ੋਨ ਦੇ ਵੇਅਰ ਹਾਊਸ ਮੈਨੂੰ ਨਹੀਂ ਲੱਗਦਾ ਤੁਸੀਂ ਦੇਖੇ ਹੋਣਗੇ, ਕਿੱਡਾ ਵੱਡਾ ਕਾਰਪੋਰੇਟ ਹੈ, ਮੈਨੂੰ ਨਹੀਂ ਲੱਗਦਾ ਤੁਹਾਨੂੰ ਆਈਡੀਆ ਵੀ ਹੋਣਾ। ਪਰ ਐਮਾਜ਼ੋਨ ਦੀ ਜੇ ਗੱਲ ਕਰੀਏ, ਤੁਸੀਂ ਫੋਨ ਤੇ ਆਰਡਰ ਕਰ ਦਿੰਦੇ ਹੋ ਤਾਂ ਸਾਰਾ ਕੁਝ ਘਰੇ ਆ ਜਾਂਦਾ, ਪਰ ਅਸੀਂ ਤਾਂ ਉਹ ਦੇਖੇ ਨਹੀਂ ਨਾ ਜਦੋਂ ਅਸੀਂ ਥੜਿਆਂ ਤੇ ਬਹਿ ਕੇ ਅਖਬਾਰ ਪੜ੍ਹਦੇ ਹੁੰਦੇ ਸੀ। ਠੀਕ ਹੈ ਨਾ। ਹੁਣ ਜੇ ਤੁਸੀਂ ਉਸ ਗੱਲ ਕਰਦੇ ਹੋ ਸਮਾਲ ਬਿਜ਼ਨਸ ਦੀ, ਉਹ ਸਮਾਲ ਬਿਜ਼ਨਸ ਨੇ ਖਤਮ ਹੋ ਜਾਣਾ। ਜਿਹੜੇ ਛੋਟੇ ਛੋਟੇ ਦੁਕਾਨਦਾਰ ਬੈਠੇ ਸੀ ਪਰਚੂਨ ਦੀਆਂ ਦੁਕਾਨਾਂ ਕਰਕੇ, ਸਾਡਾ ਮਾਮਾ ਦੁਕਾਨ ਕਰਿਆ ਕਰਦਾ ਸੀਗਾ, ਮੈਨੂੰ ਚੰਗੀ ਤਰ੍ਹਾਂ ਯਾਦ ਆ। ਤੇ ਉਹ ਮੈਂ ਤੁਹਾਡੇ ਨਾਲ ਗੱਲਾਂ ਇਸ ਕਰਕੇ ਸ਼ੇਅਰ ਕਰ ਰਿਹਾ ਤਾਂ ਕਿ ਸਾਨੂੰ ਜਿਹੜੀ ਆਉਣ ਵਾਲੀ ਜਨਰੇਸ਼ਨ ਹੈ ਉਹਨੂੰ ਪਤਾ ਹੋਣਾ ਚਾਹੀਦਾ ਵੀ ਇਹ ਗੱਲਾਂ ਹੈ ਕੀ। ਉਹ ਉਧਾਰ ਚੱਲਦਾ ਸੀ, ਰੇੜੇ ਵਾਲਾ ਆ ਜਾਂਦਾ ਸੀ, ਸਮਾਨ ਪਵਾ ਕੇ ਲੈ ਜਾਂਦਾ ਸੀ, ਹਾੜੀ ਸੌਣੀ ਦਾ ਉਧਾਰ ਚੱਲਦਾ ਸੀ, ਹਾੜੀ ਤੇ ਪੈਸੇ ਆਉਂਦੇ ਸੀ, ਸੌਣੀ ਤੇ ਪੈਸੇ ਆਉਂਦੇ ਸੀ, ਖਾਤਾ ਬਣਿਆ ਹੋਇਆ ਹੁੰਦਾ ਸੀ ਤੇ ਉਹ ਦੇ ਦਿੱਤੇ ਜਾਂਦੇ ਸੀ। ਪਰ ਗੱਲ ਇਹ ਹੈ ਨਾ, ਇਹ ਤੇ ਇੱਕ ਚੇਨ ਸੀਗੀ ਜਿਹਦੇ ਨਾਲ ਮਤਲਬ ਕਿਸਾਨੀ ਨਾਲ ਸਾਰੀਆਂ ਗੱਲਾਂ ਦਾ ਭਾਵ ਅਰਥ ਇਹ ਹੈ, ਕਿਸਾਨੀ ਨਾਲ ਕੱਲੀ ਕਿਸਾਨਾਂ ਦੀ ਰੋਜੀ ਰੋਟੀ ਨਹੀਂ ਸੀ ਚੱਲਦੀ, ਪੂਰੀ ਮਾਰਕੀਟ ਚੱਲਦੀ ਸੀ। 13ਵਾਂ ਮਹੀਨਾ ਮੈਨੂੰ ਯਾਦ ਹੈ, ਕਈ ਵਾਰੀ ਅਸੀਂ ਮਤਲਬ ਜਦੋਂ ਬਿਜ਼ਨਸਮੈਨ ਕਮਿਊਨਿਟੀ ਕਹਿ ਦਿੰਦੀ ਹੁੰਦੀ ਸੀ ਕਿ 13ਵਾਂ ਮਹੀਨਾ ਆ ਗਿਆ, ਤੇ 13ਵੇਂ ਮਹੀਨੇ ਦਾ ਮਤਲਬ ਕੀ ਸੀ? ਮਤਲਬ ਠੀਕ ਹੈ ਸਾਡੇ ਦੇਸੀ 13 ਹੀ ਮਹੀਨੇ ਹੁੰਦੇ ਨੇ, ਪਰ 13ਵੇਂ ਮਹੀਨੇ ਦਾ ਮਤਲਬ ਕੀ ਸੀ? 13ਵੇਂ ਮਹੀਨੇ ਦਾ ਮਤਲਬ ਇਹ ਸੀ ਵੀ ਪੈਸਾ ਖਤਮ ਹੋ ਗਿਆ ਬਾਜ਼ਾਰ ਦੇ ਵਿੱਚੋਂ, ਕਿਉਂਕਿ ਜੱਟ ਜ਼ਿਮੀਂਦਾਰ ਕੋਲੇ ਹੁਣ ਪੈਸਾ ਹੈ ਨਹੀਂ, ਸਾਰਾ ਪੈਸਾ ਜਿਹੜਾ ਫਸਲ ਤੇ ਲੱਗਿਆ ਹੋਇਆ। ਜੱਟ ਜ਼ਿਮੀਂਦਾਰ ਜ਼ਮੀਨ ਜਿਹੜੀ ਫਸਲ ਹੈ ਉਹ ਲਿਜਾ ਕੇ ਮੰਡੀ 'ਚ ਸਿੱਟੂਗਾ, ਮੰਡੀ 'ਚੋਂ ਆੜ੍ਹਤੀਏ ਕੋਲੇ ਪੈਸਾ ਆਊਗਾ ਤਾਂ ਸਰਕੂਲੇਸ਼ਨ ਚੱਲੂਗੀ। ਹੁਣ ਜੇ ਪੈਸਾ ਹੀ ਆੜ੍ਹਤੀਏ ਕੋਲੇ ਨਾ ਆਇਆ, ਜੇ ਸਾਨੂੰ ਫਸਲ ਹੀ ਮਤਲਬ ਓਪਨ ਮਾਰਕੀਟ 'ਚ ਵੇਚਣੀ ਪੈ ਗਈ, ਸਾਨੂੰ ਨਹੀਂ ਪਤਾ ਵੀ ਉਹ 2 ਰੁਪਏ 'ਚ ਖਰੀਦੂਗਾ ਬੰਦਾ, ਸਾਨੂੰ ਨਹੀਂ ਪਤਾ 20 ਰੁਪਏ 'ਚ ਖਰੀਦੂਗਾ। ਅਸੀਂ ਦੇਖ ਰਹੇ ਸੀ ਯੂਪੀ ਵਾਲੇ ਬੰਦੇ ਪੰਜਾਬ 'ਚ ਆ ਕੇ MSP ਤੇ ਪਹਿਲਾਂ ਫਸਲ ਵੇਚਦੇ ਹੁੰਦੇ ਸੀ। ਕਿਉਂ ਭਾਈ? ਕਿਉਂਕਿ ਉਹਨਾਂ ਕੋਲ 4-4 5-5 6-6 ਕਿੱਲੇ ਹੋਣ ਦੇ ਬਾਵਜੂਦ ਵੀ ਉਹ ਅਨਪਲਾਇਡ ਹੋ ਗਏ। ਸੰਜੀਵ ਇੱਕ ਚੀਜ਼ ਦੱਸੋ, ਕਿਉਂਕਿ ਦੇਖੋ ਕਿਸਾਨ ਜਿਹੜਾ ਇਹ ਮੋਰਚਾ ਲੱਗਿਆ ਨਾ, ਇਹਦੇ ਵਿੱਚ ਬੜੀਆਂ ਚੀਜ਼ਾਂ ਵਧੀਆ ਵੀ ਹੋਈਆਂ। ਪੰਜਾਬ ਦੇ ਨੌਜਵਾਨਾਂ ਦੇ ਉੱਤੇ ਜਿਹੜਾ ਦਾਗ ਸੀ ਲੱਗਿਆ ਹੋਇਆ ਵੀ ਲਓ ਜੀ ਇਹ ਤਾਂ ਨਸ਼ਈ ਨੇ, ਠੀਕ ਹੈ, ਉਹ ਧੋਤਾ ਗਿਆ। ਹੁਣ ਉਹੀ ਨਸ਼ਈ ਉੱਥੇ ਦਿੱਲੀ ਦੇ ਵਿੱਚ ਸੇਵਾ ਕਰ ਰਹੇ ਆ, ਬਜ਼ੁਰਗਾਂ ਦੀ ਸੇਵਾ ਕਰ ਰਹੇ ਆ। ਆਪਸ ਦੇ ਵਿੱਚ ਕੀ ਇਹਨਾਂ ਨੇ 2-2 ਧੜੇ ਬਣੇ ਹੋਏ ਸੀ, ਉਹੀ 2 ਧੜਿਆਂ ਵਾਲੇ ਇੱਕ ਟਰਾਲੀ ਦੇ ਵਿੱਚ ਸੁੱਤੇ ਪਏ ਆ। ਠੀਕ ਹੈ, ਲੋਕਾਂ ਨੇ ਕੇਸ ਵਾਪਸ ਲੈ ਲਏ ਇੱਕ ਦੂਜੇ ਖਿਲਾਫ, ਮਤਲਬ ਲੋਕ ਇਕਜੁੱਟ ਹੋ ਕੇ ਕੀ ਨੇ ਇੱਕ ਦੂਸਰੇ ਦੇ ਨਾਲ ਖੜੇ ਆ। ਸਰਕਾਰ ਨੂੰ ਇਹ ਗੱਲ ਕਿਉਂ ਨਹੀਂ ਨਜ਼ਰ ਆ ਰਹੀ? ਔਰ ਜਿਹੜੀ ਪੰਜਾਬ ਤੇ ਹਰਿਆਣਾ ਦਾ ਜਿਹੜਾ ਆਪਸ ਦੇ ਵਿੱਚ ਰੌਲਾ ਪਵਾਇਆ ਜਾਂਦਾ ਸੀਗਾ ਪੰਜਾਬ ਦੇ ਪਾਣੀਆਂ ਦੇ ਉੱਤੇ ਵੀ ਲਓ ਜੀ ਪਾਣੀ ਹਰਿਆਣੇ ਨੂੰ ਨਹੀਂ ਦੇਣਾ, ਠੀਕ ਹੈ, ਉਹ ਹਰਿਆਣਾ ਮੋਢੇ ਦੇ ਨਾਲ ਮੋਢਾ ਲਾ ਕੇ ਉੱਥੇ ਬੈਠਾ। ਤੁਸੀਂ ਕਿਸ ਤਰੀਕੇ ਦੇਖ ਰਹੇ ਹੋ? ਮਤਲਬ ਵੀ ਜਿਹੜੀ ਹੁਣ ਅੱਗੇ ਨੂੰ ਚੀਜ਼ ਹੋਣੀ ਚਾਹੀਦੀ ਆ, ਸਰਕਾਰ ਕੀ ਕਰੇ ਵੀ ਦੇਸ਼ ਵੀ ਨਾ ਟੁੱਟੇ, ਆਪਸਦਾਰੀ ਵੀ ਨਾ ਟੁੱਟੇ। ਇਹਦੇ ਨਾਲ ਮੈਨੂੰ ਲੱਗਦਾ ਵੀ ਜਿਸ ਤਰੀਕੇ ਲੋਕ ਮਜ਼ਬੂਤ ਹੋਏ ਆ ਤਾਂ ਸਰਕਾਰ ਵੀ ਤਾਂ ਮਜ਼ਬੂਤ ਹੋਊਗੀ। ਅਗਰ ਸਰਕਾਰ ਵਾਪਸ ਲੈ ਲੈਂਦੀ ਹੈ ਚ ਕੋਈ ਹਾਰ ਵਾਲੀ ਗੱਲ ਤਾਂ ਹੈ ਨਹੀਂ ਗੀ। ਇੱਕ ਚੀਜ਼ ਸਭ ਤੋਂ ਵੱਡੀ ਗੱਲ ਇਹ ਸਮਝਣ ਦੀ ਲੋੜ ਹੈ ਸਾਨੂੰ ਸਾਰਿਆਂ ਨੂੰ, ਜਦੋਂ ਨੈਸ਼ਨਲ ਇੰਟਰਸਟ ਦੀ ਗੱਲ ਆਉਂਦੀ ਹੈ, ਤੁਸੀਂ ਇੱਥੇ ਅਮਰੀਕਾ 'ਚ ਦੇਖਦੇ ਹੋ, ਕਿਉਂਕਿ ਮੈਂ ਤੁਹਾਡੇ ਨਾਲ ਦੋਨਾਂ ਚੀਜ਼ਾਂ ਨੂੰ ਕੰਪੇਅਰ ਇਸ ਕਰਕੇ ਕਰ ਰਿਹਾ ਤਾਂ ਕਿ ਅਸੀਂ ਇੱਥੇ ਵੀ ਰਹਿ ਰਹੇ ਹਾਂ, ਅਸੀਂ ਉਹ ਵੀ ਹੰਡਾਇਆ। ਰਾਈਟ, ਠੀਕ ਹੈ। ਜਦੋਂ ਨੈਸ਼ਨਲ ਇੰਟਰਸਟ ਦੀ ਗੱਲ ਆਉਂਦੀ ਹੈ ਤਾਂ ਕੋਈ ਵੀ ਬੰਦਾ ਅਮਰੀਕਾ ਦੇ ਵਿੱਚ ਕਿਸੇ ਨਾਲ ਵੀ ਖਿਲਾਫ ਹੋ ਜਾਂਦਾ ਜਦੋਂ ਨੈਸ਼ਨਲ ਇੰਟਰਸਟ ਦੀ ਗੱਲ ਆ ਜਾਂਦੀ ਹੈ, ਕਿਉਂਕਿ ਵੀ ਨੀਡ ਟੂ ਪ੍ਰੋਟੈਕਟ ਆਵਰ ਨੈਸ਼ਨਲ ਇੰਟਰਸਟ। ਅਸੀਂ ਓਲਡੈਸਟ ਡੈਮੋਕ੍ਰੇਸੀ 'ਚ ਬੈਠੇ ਹਾਂ ਤੇ ਅਸੀਂ ਲਾਰਜੈਸਟ ਡੈਮੋਕ੍ਰੇਸੀ ਦੀ ਗੱਲ ਕਰ ਰਹੇ ਹਾਂ। ਪੋਲੀਟੀਕਲ ਪਾਰਟੀਆਂ ਦੀ ਜਿੱਥੋਂ ਤੱਕ ਸਵਾਲ ਹੈ ਨਾ, ਪੋਲੀਟਿਕਸ ਨੂੰ ਇਹ ਹੋਣਾ ਚਾਹੀਦਾ, ਰਾਜਨੀਤੀ ਇਹ ਉਸ ਗੱਲ ਦੀ ਹੋਣੀ ਚਾਹੀਦੀ ਹੈ, ਰਜਵਾੜੇ ਫੈਮਿਲੀਜ਼ ਇਸ ਗੱਲ ਤੇ ਆਉਣੀਆਂ ਚਾਹੀਦੀਆਂ ਨੇ। ਕਹਿਣ ਨੂੰ ਤਾਂ ਜੇਬਾਂ ਫਟੀਆਂ ਦਿਖਾ ਦਿੰਦੇ ਨੇ, ਜੇਬ 'ਚ ਹੱਥ ਪਾ ਕੇ ਝੋਲਾ ਕੱਢ ਕੇ ਦਿਖਾ ਦਿੰਦੇ ਨੇ, ਚਿੱਟੇ ਕੁੜਤੇ ਪਾ ਕੇ ਵੀ ਸਾਡੀ ਵੀ ਜੇਬ ਫਟੀ ਹੈ। ਪਰ ਤੁਸੀਂ ਇਹ ਗੱਲ ਕਿਉਂ ਨਹੀਂ ਪਬਲਿਕ ਨੂੰ ਸਮਝਣ ਦਿੰਦੇ ਕਿ ਬਈ ਇਹ ਸਾਡਾ ਸਭ ਪਖੰਡ ਆ? ਅਸੀਂ ਕਿਉਂ ਲੜਾ ਰਹੇ ਹਾਂ? ਅਸੀਂ ਉਹੀ ਲੋਕ ਸੀ ਜਿਹੜੇ 1947 'ਚ 2 ਘਰਾਂ 'ਚ ਵੰਡੇ ਗਏ ਸੀ। ਪਹਿਲਾਂ 1947 ਤੋਂ ਅਸੀਂ ਉੱਥੇ ਹੀ ਰਹਿੰਦੇ ਸੀ, ਸਿਰਫ 2 ਪੋਲੀਟੀਕਲ ਖਾਨਦਾਨਾਂ ਦੀ ਬਦੌਲਤ ਸਾਨੂੰ ਵੰਡ ਦਿੱਤਾ ਗਿਆ, ਤੇ ਹੁਣ ਫੇਰ ਇਹੀ ਚਾਹੁੰਦੇ ਹੋ। ਵਾਈ ਇਜ਼ ਦੈਟ ਸੋ?
ਪੋਲਿਟਿਕਸ ਜਿਹੜੀ ਹੈ ਸਰਕਾਰ, ਇਹ ਸਿਰਫ ਰਾਜਨੀਤੀ ਦਾ ਮਤਲਬ ਹੈ, ਰਾਜ ਕਰਨ ਦੀ ਨੀਤੀ। ਅੱਛਾ, ਤੁਸੀਂ ਇੱਕ ਚੀਜ਼ ਇਹ ਦੱਸੋ ਵੀ ਹੁਣ ਅਮਰੀਕਾ ਦੇ ਵਿੱਚ ਰਾਜਨੀਤੀ ਚੇਂਜ ਹੋ ਗਈ ਆ, ਠੀਕ ਹੈ, ਡੈਮੋਕ੍ਰੇਸੀ ਵਾਪਸ, ਜਿਹਨੂੰ ਲੋਕ ਸਮਝ ਰਹੇ ਆ ਵੀ ਹਾਂ ਡੈਮੋਕ੍ਰੇਸੀ ਨੇ ਵਾਪਸ ਆਪਣੀ ਜਗ੍ਹਾ ਲੈ ਲਈ ਆ, ਠੀਕ ਹੈ, ਲੋਕਤੰਤਰ ਦੁਬਾਰਾ ਜਿਹੜਾ ਉਹ ਸ਼ੁਰੂ ਹੋ ਗਿਆ, ਤੇ ਜਿਹੜੀਆਂ ਚੀਜ਼ਾਂ ਪਹਿਲਾਂ ਸੀਗੀਆਂ 10 ਦਿਨ ਪਹਿਲਾਂ ਸੀਗੀਆਂ ਉਹ ਅੱਜ ਨਹੀਂ ਨੇ, ਹਾਲਾਤ ਅੱਜ ਬਦਲ ਗਏ ਆ, ਠੀਕ ਹੈ। ਕੀ ਤੁਸੀਂ ਅਮਰੀਕਾ ਦੇ ਵਿੱਚ ਰਾਜ ਸੱਤਾ ਬਦਲਣ ਦੇ ਨਾਲ ਇਸ ਦਾ ਭਾਰਤ ਦੇ ਉੱਤੇ ਕੋਈ ਪ੍ਰਭਾਵ ਸਮਝਦੇ ਹੋ ਵੀ ਕੁਝ ਪਊਗਾ, ਕੋਈ ਪੋਜ਼ਿਟਿਵ ਪ੍ਰਭਾਵ ਪਊਗਾ? ਬਹੁਤ ਵਧੀਆ ਕੁਐਸਚਨ ਹੈ ਤੁਹਾਡਾ। ਜਿਹੜੀ ਰਾਜਨੀਤੀ ਦੀ ਸਿਚੁਏਸ਼ਨ ਅਮਰੀਕਾ ਦੀ ਗੱਲ ਕਰ ਰਹੇ ਹੋ ਤੁਸੀਂ, ਡੈਫੀਨੇਟਲੀ ਜਦੋਂ ਵੀ ਕੋਈ ਕਿਸੇ ਵੱਡੇ ਮੁਲਕ ਦੀ ਰਾਜਨੀਤੀ 'ਚ ਚੇਂਜ ਬਦਲਾਅ ਆਉਂਦਾ ਤਾਂ ਇੰਟਰਨੈਸ਼ਨਲ ਪੋਲਿਟਿਕਸ 'ਤੇ ਡੈਫੀਨੇਟਲੀ ਫਰਕ ਪੈਂਦਾ ਹੈ। ਉਹਦਾ ਕਾਰਨ ਇਹ ਨਹੀਂ ਹੁੰਦਾ ਕਿ ਜਿਹੜੀ ਪੁਰਾਣੀ ਰਾਜਨੀਤੀ ਜਾਂ ਪੁਰਾਣੇ ਜਿਹੜੇ ਹਾਕਮ ਸੀਗੇ ਕੰਟਰੀ ਦੇ ਉਹ ਕਿਸ ਪੱਖ ਬੈਠ ਰਹੇ ਸੀ, ਪਰ ਜਿਹੜੇ ਨਵੇਂ ਹਾਕਮ ਆਉਂਦੇ ਨੇ ਉਹਨਾਂ ਦੇ ਵੀ ਆਪਣੀਆਂ ਇੱਕ ਟਾਈਜ਼ ਹੁੰਦੀਆਂ ਨੇ, ਉਹਨਾਂ ਦੀ ਆਪਣੀ ਇੱਕ ਲਾਈਨ ਆਫ ਐਕਸ਼ਨਸ ਹੁੰਦੇ ਨੇ, ਉਹਨਾਂ ਦੀ ਆਪਣੀ ਇੱਕ ਫਿਲਾਸਫੀ ਹੁੰਦੀ ਹੈ ਜਿਹਦੇ ਤੇ ਉਹਨਾਂ ਨੇ ਕੰਮ ਕਰਨਾ ਹੁੰਦਾ ਆਉਣ ਵਾਲੇ ਦਿਨਾਂ ਦੇ ਵਿੱਚ। ਤੇ ਸੋ ਜਿਹੜੀਆਂ ਮਤਲਬ ਮੈਨੂਫੈਕਚਰਿੰਗ ਇੰਡਸਟਰੀ ਦੀ ਗੱਲ ਕਰਦੇ ਆ ਉਹ ਇੱਕ ਡਿਫਰੈਂਟ ਐਂਗਲ ਹੈਗਾ, ਕੰਟਰੀਜ਼ ਨਾਲ ਡਿਫਰੈਂਟ ਕੰਟਰੀਜ਼ ਨਾਲ ਟਾਈ ਅਪਸ ਦੀ ਗੱਲ ਕਰਦੇ ਆ ਉਹ ਇੱਕ ਡਿਫਰੈਂਟ ਹੈਗਾ, ਇੱਕ ਇੰਟਰਨੈਸ਼ਨਲ ਪੋਲਿਟਿਕਸ ਦਾ ਮਸਲਾ ਹੈ। ਪਰ ਆਪਾਂ ਕਿਸਾਨੀ ਦੇ ਮੁੱਦੇ ਤੋਂ ਭਟਕਣ ਦੀ ਕੋਸ਼ਿਸ਼ ਨਹੀਂ ਕਰ ਰਹੇ। ਕਿਸਾਨੀ ਦੇ ਮੁੱਦੇ ਤੇ ਮੈਂ ਵਾਪਸ ਇਸ ਕਰਕੇ ਆਉਣਾ ਚਾਹ ਰਿਹਾ ਦੁਬਾਰਾ ਕਿ ਤੁਸੀਂ ਇੱਕ ਗੱਲ ਹੋਰ ਕਹੀ ਸੀ ਸ਼ੁਰੂ 'ਚ ਕਿ ਪੀਸਫੁਲ ਪ੍ਰੋਟੈਸਟ, ਜਿਹੜੇ ਪੀਸਫੁਲ ਪ੍ਰੋਟੈਸਟ ਹੁੰਦੇ ਨੇ ਨਾ ਜੀ, ਉਹ ਹਮੇਸ਼ਾ ਰੈਵੋਲੂਸ਼ਨ ਲੈ ਕੇ ਆਉਂਦੇ ਨੇ, ਪਰ ਸ਼ਰਤ ਇੱਕ ਹੋਣੀ ਚਾਹੀਦੀ ਹੈ ਕਿ ਸਾਡਾ ਫੋਕਸ ਬਹੁਤ ਕਲੀਅਰ ਹੋਣਾ ਚਾਹੀਦਾ ਹੈ। ਜਦੋਂ ਸਾਡੇ ਫੋਕਸ ਕਲੀਅਰ ਨਹੀਂ ਨਾ ਹੁੰਦੇ ਫਿਰ ਅਸੀਂ ਕਈ ਚੀਜ਼ਾਂ 'ਚ ਉਲਝ ਕੇ ਖਤਮ ਹੋ ਜਾਂਦੇ ਹਾਂ। ਪਰ ਜੇ ਸਾਡੇ ਫੋਕਸ ਕਲੀਅਰ ਹੋਣਗੇ ਤਾਂ ਉਹ ਰੈਵੋਲੂਸ਼ਨ ਲੈ ਕੇ ਆਉਂਦੇ ਨੇ। ਤੇ ਮੈਨੂੰ ਚੰਗੀ ਤਰ੍ਹਾਂ ਯਾਦ ਹੈ ਕਿ ਜਦੋਂ ਵੀ ਕੋਈ ਵੀ ਰੈਵੋਲੂਸ਼ਨ ਆਈ ਹੈ ਹਿੰਦੁਸਤਾਨ 'ਚੋਂ ਪੰਜਾਬ ਦੇ ਬੂਹੇ ਰਾਹੀਂ ਆਈ ਹੈ, ਤੇ ਪੰਜਾਬ ਨੇ ਐਤਕੀ ਵੀ ਬੂਹਾ ਖੋਲ ਲਿਆ, ਠੀਕ ਹੈ। ਪਰ ਜੇ ਅਸੀਂ ਮਿਕਸ ਐਂਡ ਮੈਚ ਨਾ ਕੀਤਾ ਕਈ ਚੀਜ਼ਾਂ ਨੂੰ ਤਾਂ ਇਹ ਰੈਵੋਲੂਸ਼ਨ ਜ਼ਰੂਰ ਰੰਗ ਲੈ ਕੇ ਆਊਗੀ। ਨਹੀਂ ਦੇਖੋ, ਜਿਹੜਾ ਮਿਕਸ ਐਂਡ ਮੈਚ ਦੀ ਗੱਲ ਆ ਨਾ, ਮਿਕਸ ਐਂਡ, ਕਿਉਂਕਿ ਇਹ ਤਾਂ ਗੱਲ ਕਲੀਅਰ ਹੈ ਵੀ ਸਰਕਾਰ ਵੀ ਨਹੀਂ ਚਾਹੁੰਦੀ ਵੀ ਇਹ ਚੀਜ਼ ਕਾਮਯਾਬ ਹੋਵੇ। ਸਰਕਾਰ ਤਾਂ ਕਦੇ ਵੀ ਨਹੀਂ ਚਾਹੁੰਦੀ, ਕਿਉਂਕਿ ਸਰਕਾਰ ਤਾਂ ਚਾਹੁੰਦੀ ਹੈ ਵੀ ਤੁਸੀਂ ਜੀ ਜੋ ਅਸੀਂ ਤੁਹਾਨੂੰ ਕਹਿ ਰਹੇ ਹਾਂ ਤੁਸੀਂ ਉਹ ਮੰਨੋ ਤੇ ਘਰ ਨੂੰ ਜਾਓ, ਠੀਕ ਹੈ। ਹੁਣ ਸਰਕਾਰ ਨੂੰ ਇੱਕ ਗੱਲ ਕਲੀਅਰ ਹੋ ਗਈ, ਸਰਕਾਰ ਨੂੰ ਇਹ ਲੱਗਦਾ ਸੀ ਵੀ ਜਿਸ ਤਰ੍ਹਾਂ ਉਹ ਵਿਚਾਰੇ ਟੀਚਰ ਆਉਂਦੇ ਹੁੰਦੇ ਸੀਗੇ ਵੀ ਉਹ ਉਹਨਾਂ ਤੋਂ ਬੈਰੀਅਰ ਵੀ ਨਹੀਂ ਸੀ ਉਹ ਪੱਟ ਹੁੰਦਾ ਪੁਲਿਸ ਵਾਲਾ, ਠੀਕ ਹੈ, ਉਹ ਡੰਡੇ ਡੁੰਡੇ ਮਾਰ ਕੇ ਉਹਨਾਂ ਨੂੰ ਘਰ ਨੂੰ ਤੋਰ ਦਿੰਦੇ ਸੀ ਤੇ ਉਹ ਸ਼ਾਮ ਨੂੰ ਘਰ ਚਲੇ ਜਾਂਦੇ ਸੀ। ਇਹਨਾਂ ਨੇ ਇਹ ਚੀਜ਼ ਸੋਚੀ, ਬਟ ਇਹ ਉਹ ਤਾਂ ਨਹੀਂ ਆ। ਇੱਕ ਚੀਜ਼ ਹੋਰ ਡਿਸਕਸ ਇਹ ਸਰਕਾਰ ਨੂੰ ਵੀ ਕਲੀਅਰ ਹੈ ਨਾਲ, ਬਿਲਕੁਲ ਠੀਕ ਕਹਿ ਰਹੇ ਹੋ ਤੁਸੀਂ। ਇੱਕ ਚੀਜ਼ ਹੋਰ ਡਿਸਕਸ ਕਰਨੀ ਚਾਹੁੰਦਾ ਮੈਂ ਤੁਹਾਡੇ ਨਾਲ। ਮੈਂ ਰੀਸੈਂਟਲੀ ਦੇਖ ਰਿਹਾ ਸੀ ਜਿਹੜੀ ਮੰਡੀਆਂ 'ਚ ਐਤਕੀ ਫਸਲ ਆਈ, ਠੀਕ ਹੈ, ਤੁਸੀਂ ਮੈਨੂੰ ਨਹੀਂ ਲੱਗਦਾ ਵੀ ਸ਼ਾਇਦ ਉਹਨਾਂ ਦਾ ਬਾਰਦਾਨਾ ਦੇਖਿਆ ਧਿਆਨ ਨਾਲ ਜਾਂ ਨਹੀਂ, ਠੀਕ ਹੈ। ਆਲਰੇਡੀ ਬਾਰਦਾਨਾ ਪ੍ਰਿੰਟਡ ਆਇਆ, ਐਗਜ਼ੈਕਟਲੀ, ਇਹ ਓਵਰਨਾਈਟ ਨਹੀਂ ਹੋਇਆ, ਇਹ ਪਹਿਲਾਂ ਤੋਂ ਪ੍ਰੀ ਪਲਾਨ ਸੀਗਾ ਸਭ, ਇਹ ਓਵਰਨਾਈਟ ਨਹੀਂ ਹੋਇਆ। ਤੇ ਜੇ ਕਾਂਗਰਸ ਇਸ ਗੱਲ ਨੂੰ ਕਹੇ ਵੀ ਕਾਂਗਰਸ ਦੇ ਰਾਜ 'ਚ ਇਹਨਾਂ ਨੇ ਇਹ ਕੰਮ ਨਹੀਂ ਕਰਨਾ ਚਾਹਿਆ, ਕਾਂਗਰਸ ਨੇ ਵੀ ਇਹ ਕਰਨਾ ਚਾਹਿਆ ਕਿ ਔਨ ਰੈਕਡ ਜੇਟਲੀ ਸੁਸ਼ਮਾ ਸਵਰਾਜ ਦੀਆਂ ਸਟੇਟਮੈਂਟਸ ਰੈਕਡ ਤੇ ਦਰਜ ਨੇ, ਚਾਹੇ ਉਹ ਇਸ ਦੁਨੀਆ ਤੇ ਨਹੀਂ ਇਸ ਟਾਈਮ, ਉਦੋਂ ਇਹਨਾਂ ਨੇ ਅਪੋਜ਼ ਕੀਤਾ ਸੀ, ਉਦੋਂ ਕਾਂਗਰਸ ਲੈ ਕੇ ਆ ਰਹੀ ਸੀ, ਉਦੋਂ ਇਹਨਾਂ ਨੇ ਅਪੋਜ਼ ਕੀਤਾ ਸੀ, ਹੁਣ ਇਹ ਲੈ ਕੇ ਆ ਰਹੀ ਹੈ, ਕਾਂਗਰਸ ਅਪੋਜ਼ ਕਰ ਰਹੀ ਹੈ। ਇਹ ਤਾਂ ਲਾਗੂ ਹੋਣਾ ਹੀ ਸੀ, ਕੋਈ ਸਰਕਾਰ ਹੁੰਦੀ, ਕੋਈ ਵੀ ਸਰਕਾਰ ਹੁੰਦੀ, ਠੀਕ ਉਸੇ ਤਰ੍ਹਾਂ ਜਿਸ ਤਰ੍ਹਾਂ ਮੰਡਲ ਕਮਿਸ਼ਨ ਦੀ ਰਿਪੋਰਟ ਸੀਗੀ। ਬਿਲਕੁਲ ਠੀਕ ਹੈ ਤੁਹਾਡੀ ਗੱਲ, ਤੁਸੀਂ ਕਿਸੇ ਹੱਦ ਤੱਕ ਜਾਇਜ਼ ਹੋ, ਪਰ ਔਨ ਦੀ ਅਦਰ ਐਂਡ ਇੱਕ ਚੀਜ਼ ਹੋਰ ਸਮਝਣ ਦੀ ਕੋਸ਼ਿਸ਼ ਕਰੋ ਕਿ ਚਲੋ ਜੇ ਤੁਸੀਂ ਇਹ ਗੱਲ ਕਹਿ ਰਹੇ ਹੋ ਕਿ ਇਹ ਲਾਗੂ ਹੋਣਾ ਸੀ, ਪਰ ਇੱਕ ਤਰੀਕਾ ਵਾਰਦਾਤ ਹੁੰਦੀ ਹੈ ਹਰੇਕ ਚੀਜ਼ ਨੂੰ ਕਰਨ ਦੀ। ਹੁਣ ਇਸ ਗੱਲ ਤੋਂ ਮੇਰਾ ਮਤਲਬ ਕੀ ਹੈ, ਹੁਣ ਮਿਨੀਮਮ ਸਪੋਰਟ ਪ੍ਰਾਈਸ ਜੇ ਤੁਸੀਂ ਕਿਸਾਨ ਨੂੰ ਨਹੀਂ ਦਿਓਗੇ, ਮੈਂ ਹਮੇਸ਼ਾ ਐਮਐਸਪੀ ਤੇ ਗੱਲ ਕਰਦਾ, ਉਹਦਾ ਕਾਰਨ ਹੈ ਤੁਸੀਂ ਸਪੋਜ਼ ਮੈਂ ਟੈਕਸੀ ਡਰਾਈਵਰ ਹਾਂ, ਜੇ ਮੈਨੂੰ ਸ਼ਾਮ ਨੂੰ $200 ਨਾ ਬਣਿਆ ਤਾਂ ਮੈਂ ਮੇਰੇ ਬੱਚਿਆਂ ਨੂੰ ਫੀਡ ਨਹੀਂ ਕਰ ਸਕਦਾ, ਤੇ ਜੇ ਮੈਂ ਮੇਰੇ ਬੱਚਿਆਂ ਨੂੰ ਫੀਡ ਨਹੀਂ ਨਾ ਕਰ ਸਕਦਾ ਤਾਂ ਲਾਹਨਤ ਹੈ ਮੇਰੀ ਟੈਕਸੀ ਚਲਾਉਣ ਤੇ। ਲੈਟ ਮੀ ਫਾਈਂਡ ਆਊਟ ਸਮਥਿੰਗ ਐਲਸ। ਬੜੀ ਸਿੰਪਲ ਜੀ ਗੱਲ ਕਰ ਰਹੇ ਹਾਂ। ਹੁਣ ਮੇਰਾ ਕਹਿਣ ਦਾ ਇਸ ਗੱਲ ਤੋਂ ਪਰਪਸ ਇਹ ਹੈ ਵੀ ਜਿਹੜੀ MSP ਹੈ ਉਹ ਸਿਰਫ ਇੰਡੀਆ ਜਾਂ ਪੰਜਾਬ ਦੇ ਵਾਸਤੇ ਨਹੀਂ ਹੋਣੀ ਚਾਹੀਦੀ, ਉਹ ਸਾਰੇ ਕਿਸਾਨਾਂ ਭਰਾਵਾਂ ਵਾਸਤੇ ਹੋਣੀ ਚਾਹੀਦੀ ਹੈ। ਇਟ ਹੈਜ਼ ਟੂ ਬੀ देयर MSP। ਜਦੋਂ ਤੱਕ ਸਾਨੂੰ ਸਹੀ ਮੁੱਲ ਤੇ ਭਾਅ ਨਹੀਂ ਵਿਕੂਗਾ, ਅਸੀਂ ਕਹਿ ਦਿੰਦੇ ਹਾਂ ਸਾਨੂੰ ਜੌਬਾਂ, ਅਸੀਂ ਨਿਊਯਾਰਕ 'ਚ ਕਹਿੰਦੇ ਹਾਂ ਕਿ ਸਾਨੂੰ $15 ਪਰ ਆਵਰ ਦੀ ਜੌਬ ਚਾਹੀਦੀ ਹੈ। ਕਿਉਂ ਬਈ? Why? Because we have so much expenses here. We work so hard. And there is other states right now exist over here in the US that they are paying $8 to $10. Right? ਸਾਡਾ ਪਰਪਸ ਜਿਹੜਾ ਹੈਗਾ, ਸਾਨੂੰ MSP ਜ਼ਰੂਰ ਮਿਲਣੀ ਚਾਹੀਦੀ ਹੈ, ਚਾਹੇ ਉਹ ਯੂਪੀ ਦਾ ਕਿਸਾਨ ਹੈ, ਚਾਹੇ ਉਹ ਬਿਹਾਰ ਦਾ ਕਿਸਾਨ ਹੈ, ਚਾਹੇ ਉਹ ਮਹਾਰਾਸ਼ਟਰ ਦਾ, ਚਾਹੇ ਉਹ ਪੰਜਾਬੀ ਹੈ। ਜਦੋਂ ਤੱਕ MSP ਨਹੀਂ ਨਾ ਮਿਲੂਗੀ ਉਦੋਂ ਤੱਕ ਇਹ ਪ੍ਰੋਬਲਮ ਹੈ।
ਤੇ ਸਾਡੇ ਤੇ ਬਾਉਂਡੇਸ਼ਨ ਨਹੀਂ ਹੋਣੀ ਚਾਹੀਦੀ ਕਿ ਅਸੀਂ ਸਿਰਫ ਕਾਰਪੋਰੇਟ ਘਰਾਣਿਆਂ ਨੂੰ ਵੇਚਣਾ ਹੈ ਮਾਲ। ਅਸੀਂ ਮੰਡੀਆਂ 'ਚ ਵੀ ਜਾ ਕੇ ਵੇਚ ਸਕਦੇ ਹਾਂ, ਅਸੀਂ ਕਾਰਪੋਰੇਟ ਘਰਾਣਿਆਂ ਨੂੰ ਵੀ ਦੇ ਸਕਦੇ ਹਾਂ, ਅਸੀਂ ਸੜਕ ਤੇ ਬੈਠ ਕੇ ਵੀ ਵੇਚ ਸਕਦੇ ਹਾਂ, ਅਸੀਂ ਦੁਕਾਨਾਂ ਖੋਲ ਕੇ ਵੀ ਵੇਚ ਸਕਦੇ ਹਾਂ। ਸਾਡੇ ਤੇ ਬਾਉਂਡੇਸ਼ਨ ਨਹੀਂ ਚਾਹੀਦੀ। ਵਾਈ? ਬਿਲਕੁਲ ਸੰਜੀਵ, ਗੱਲ ਇਹ ਹੈ ਵੀ ਆਪਾਂ ਟਾਈਮ ਦੇ ਵਿੱਚ ਵੀ ਰਹਿਣਾ, ਠੀਕ ਹੈ। ਤੇ ਤੁਸੀਂ ਬਹੁਤ ਬਰੀਫ ਲਫ਼ਜ਼ਾਂ ਦੇ ਵਿੱਚ ਹੁਣ ਤੁਸੀਂ ਸਰਕਾਰ ਨੂੰ ਕੀ ਕਹਿਣਾ ਚਾਹੁੰਦੇ ਹੋ ਐਜ਼ ਏ NRI ਬਤੌਰ ਪੰਜਾਬੀ? ਦੇਖੋ ਜੀ, ਸਰਕਾਰ ਨੂੰ ਮੇਰੀ ਇਹ ਬੇਨਤੀ ਹੈ, ਦਰਖਾਸਤ ਹੈ, ਇਲਤਜਾ ਹੈ ਕਿ ਇਸ ਮਸਲੇ ਨੂੰ ਜਿਹੜੇ ਕਿਸਾਨ ਭਰਾ ਉੱਥੇ ਬੈਠੇ ਨੇ, ਜਿਹੜੇ ਉਹਨਾਂ ਦੇ ਮੁਅੱਜ਼ਜ਼ ਲੋਕ ਨੇ, ਜਿਹੜੇ ਮੂਹਰੇ ਲੱਗੇ ਹੋਏ ਨੇ, ਉਹਨਾਂ ਨਾਲ ਬੈਠ ਕੇ ਇਸ ਮਸਲੇ ਨੂੰ ਨਜਿੱਠਣਾ ਚਾਹੀਦਾ। ਇੱਕ ਚੀਜ਼ ਹੋਰ, ਅੱਜ ਸਵੇਰੇ ਮੈਂ ਫਿਰ ਨਿਊਜ਼ ਦੇਖ ਰਿਹਾ ਸੀ ਤੇ ਉਹਨਾਂ ਨੇ ਕਿਹਾ ਕਿ ਜਿਹੜੀ ਅੱਜ ਦੀ ਗੱਲਬਾਤ ਸੀ ਉਹ ਫੇਰ ਬੇਸਿੱਟਾ ਹੋ ਨਿਬੜੀ ਤੇ ਸਰਕਾਰ ਥੋੜ੍ਹੇ ਅੜਵੇਂ ਰੁਖ 'ਤੇ ਸੀਗੀ। ਪਰ ਇੱਦਾਂ ਹੋਣਾ ਨਹੀਂ ਚਾਹੀਦਾ। ਖੇਤੀਬਾੜੀ ਮੰਤਰੀ ਨੂੰ ਚਾਹੀਦਾ ਹੈ ਇਸ ਤਰੀਕੇ ਨਾਲ ਗੱਲ ਨੂੰ ਕਰਨਾ ਚਾਹੀਦਾ ਕਿ ਦੋਨੇ ਧਿਰਾਂ ਨੂੰ ਬੈਠ ਕੇ ਵਿਚਾਰ ਵਟਾਂਦਰਾ ਇਸ ਤਰੀਕੇ ਨਾਲ ਕਰਨਾ ਚਾਹੀਦਾ, ਕਿਉਂਕਿ ਸਾਨੂੰ ਪਤਾ ਹੈ ਕਿ ਅਗਲੇ ਸਾਲ ਪੰਜਾਬ 'ਚ ਇਲੈਕਸ਼ਨਾਂ ਆਉਣ ਵਾਲੀਆਂ ਨੇ। ਇਹਨੂੰ ਇਲੈਕਸ਼ਨ ਦਾ ਮੁੱਦਾ ਨਹੀਂ ਬਣਾਉਣਾ ਚਾਹੀਦਾ। ਇਹਨਾਂ ਨੂੰ ਇਸ ਜਿਹੜਾ ਮੁੱਦਾ ਹੈਗਾ ਇਹਨੂੰ ਸਿਰਫ ਕਿਸਾਨੀ ਮੁੱਦੇ ਤੱਕ ਲਿਮਿਟ ਕਰਕੇ ਕਿਸਾਨਾਂ ਦੇ ਹੱਕ ਦੇ ਵਿੱਚ ਤੇ ਸਰਕਾਰ ਦੇ ਨਾਲ ਦੋਨਾਂ ਨਾਲ ਬੈਠ ਕੇ ਇਸ ਨੂੰ ਇਸ ਤਰੀਕੇ ਨਾਲ ਨਿਮੇੜਨਾ ਚਾਹੀਦਾ ਹੈ, ਕਿਉਂਕਿ ਤੁਸੀਂ ਸਾਰੇ ਸੂਝਵਾਨ ਲੋਕ ਹੋ, ਤੁਸੀਂ ਸਾਡੇ ਨਾਲੋਂ ਬਿਹਤਰ ਸੋਚ ਜਾਣਦੇ ਹੋ ਕਿਉਂਕਿ ਤੁਸੀਂ ਉੱਥੇ ਰਹਿ ਰਹੇ ਹੋ। ਅਸੀਂ ਅਮਰੀਕਾ ਤੋਂ ਇਹੀ ਅਪੀਲ ਕਰਦੇ ਹਾਂ ਤੁਹਾਨੂੰ ਸਾਰਿਆਂ ਨੂੰ ਕਿ ਰਲ ਮਿਲ ਕੇ ਇਸ ਮਸਲੇ ਦਾ ਜਿਹੜਾ ਹੱਲ ਕੱਢੋ, ਤਾਂ ਕਿ ਜਿਹੜੇ ਸਾਡੀਆਂ ਭੈਣਾਂ ਮਾਤਾਵਾਂ ਉੱਥੇ ਬੈਠੀਆਂ ਨੇ ਉਹ ਵੀ ਆਪਦੇ ਘਰ ਜਾਂਦੀਆਂ ਹੋਣ ਤੇ ਜਿਹੜੇ ਸਾਡੇ ਕਿਸਾਨ ਵੀਰ ਨੇ ਉਹ ਵੀ ਆਪਦਾ ਹੱਕ ਲੈ ਕੇ ਵਾਪਸ ਜਾਣ। ਸੰਜੀਵ, ਬਹੁਤ ਬਹੁਤ ਧੰਨਵਾਦ। ਥੈਂਕ ਯੂ ਐਂਡ ਗੁੱਡ ਲੱਕ ਫॉर ਯੂਰ ਥੈਂਕ ਯੂ ਕੰਪੇਨ। ਥੈਂਕ ਯੂ ਸਰ।